प्यारे दर्शकों, पंजाबनामा शो ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹਨ, ਜਿਨ੍ਹਾਂ ਦਾ ਬੜਾ ਲੰਮਾ ਚੌੜਾ ਜ਼ਿੰਦਗੀ ਦਾ ਤਜਰਬਾ ਹੈ, ਖਾਸ ਕਰਕੇ ਪੱਤਰਕਾਰੀ ਦੇ ਖੇਤਰ ਦੇ ਵਿੱਚ। ਤੇ ਅੱਜ ਜਿਹੜਾ ਪਵਿੱਤਰ ਦਿਹਾੜਾ ਹੈ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ, ਤੇ ਉਸ ਦਿਨ ਦੇ ਉੱਪਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਉਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਨਾਲ ਉਹਨਾਂ ਇਸ ਗੱਲ ਦਾ ਅਹਿਸਾਸ ਵੀ ਕੀਤਾ ਕਿ ਉਹਨਾਂ ਕੋਲੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ, ਉਹਦੇ ਲਈ ਵੀ ਉਹਨਾਂ ਨੇ ਖਿਮਾ ਦੀ ਗੱਲ ਕੀਤੀ ਹੈ। ਤੇ ਅਸੀਂ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਬਾਰੇ ਜਿਹੜੇ ਵਾਪਸ ਲਏ ਗਏ ਆ, ਜਿਹੜੇ ਕਿ ਐਸੇ ਜਿਹੜਾ ਸਰਦ ਰੋਜ਼ ਦਾ ਸੈਸ਼ਨ ਆਉਣਾ ਹੈ ਉਹਦੇ ਵਿੱਚ ਵਿਡਰਾ ਕਰ ਲਏ ਜਾਣੇ ਆ, ਉਹਦੇ ਬਾਰੇ ਜਗਤਾਰ ਸਿੰਘ ਹੋਣਾ ਨਾਲ ਗੱਲ ਕਰਦੇ ਹਾਂ ਕਿ ਲਗਭਗ ਦਿੱਲੀ ਦੀਆਂ ਬਰੂਆਂ ਤੇ ਕਿਸਾਨਾਂ ਨੂੰ 1 ਸਾਲ ਦੇ ਕਰੀਬ ਹੋਣ ਲੱਗਾ। ਅੱਜ 19 ਨਵੰਬਰ ਹੈ ਤੇ 26 ਨਵੰਬਰ ਨੂੰ ਪੂਰਾ ਸਾਲ ਹੋ ਜਾਣਾ ਸੀ। ਪੰਜਾਬ ਦੇ ਵਿੱਚ 1 ਸਾਲ ਤੋਂ ਵੀ ਵੱਧ ਹੋ ਗਿਆ। ਤੇ ਇਸ ਹਫ਼ਤੇ ਦੌਰਾਨ ਮਤਲਬ 667 ਕਿਸਾਨ ਜਿਹੜੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਆ। ਤੇ ਉਹ ਇਸ ਸਾਰੇ ਅੰਦੋਲਨ ਨੂੰ ਤੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਆ? ਜਗਤਾਰ ਜੀ। देखो, पहला ही गल तो बहुत वधिया है कि मोदी जी आखिरकार किसानां दी गल मन गए कि ये तिन्ने लाश उन्हां दे फायदे वास्ते नहीं, ते उन्हां ने इन्हां नूं वापस लैण दा ऐलान कर दिता है। बाकी दा फॉर्मेलिटी है, मतलब कि अज तो कहा जा सकता है कि ये खेती कानून तिन्ने वापस हो गए। बाकी प्रोसीजर है, पार्लीमेंट दे विच बिल पेश हो जाणगे ਤੇ ਅਨਾਉਂਸਮੈਂਟ ਪ੍ਰਾਈਮ ਮਿਨਿਸਟਰ ਦੀ ਹੈ। ਇਸ ਕਰਕੇ ਤੇ ਕਿੰਤੂ ਪਰੰਤੂ ਕਰਨਾ ਤਾਂ ਮੇਰੇ ਖਿਆਲ ਦੇ ਵਿੱਚ ਗਲਤ ਹੋਏਗਾ ਬਿਲਕੁਲ ਹੀ। ਹਾਂਜੀ, ਦੇਰ ਆਏ ਦਰੁਸਤ ਆਏ, ਲੇਕਿਨ ਇਸ ਸੰਘਰਸ਼ ਨੂੰ ਕਾਮਯਾਬ ਕਰਨ ਦੇ ਵਿੱਚ ਜਿਵੇਂ ਤੁਸੀਂ ਖੁਦ ਹੀ ਦੱਸਿਆ ਹੈ ਕਿ 700 ਦੇ ਕਰੀਬ ਕੁਰਬਾਨੀਆਂ ਹੋਈਆਂ। ਜਗਤਾਰ ਜੀ, ਸਰਕਾਰ ਨੂੰ ਇੰਨਾ ਸਮਾਂ ਕਿਉਂ ਲੱਗ ਗਿਆ ਫੈਸਲਾ ਕਰਦਿਆਂ ਕਰਦਿਆਂ? ਇਹ ਮਤਲਬ ਸਾਲ ਦਾ ਤਕਰੀਬਨ ਸਮਾਂ ਲੱਗ ਗਿਆ ਇਹਦੇ ਤੇ। ਮਤਲਬ ਫੈਸਲਾ ਲੈਣਾ ਸੀ ਪਹਿਲਾਂ ਵੀ ਲਿਆ ਜਾ ਸਕਦਾ, ਕਿਉਂ ਇੰਨਾ ਸਮਾਂ ਲੱਗਾ? ਇਹ ਮੈਨੂੰ ਲੱਗਦਾ ਕਿ ਕਿਸਾਨੀ ਨੂੰ ਅੰਡਰ ਐਸਟੀਮੇਟ ਕਰ ਗਏ। ਇਹਨਾਂ ਨੂੰ ਇਹ ਧਿਆਨ ਨਹੀਂ ਸੀ ਕਿ ਜਿਹੜੀ ਇਹ ਜਮਾਤ ਹੈ ਇਹ ਸੰਘਰਸ਼ੀਲ, ਇਹਨਾਂ ਦਾ ਖਾਸਾ ਹੀ ਸੰਘਰਸ਼ੀਲ ਹੈ। ਹਾਂਜੀ, ਤੇ ਸ਼ੁਰੂ ਵੀ ਪੰਜਾਬ ਦੇ ਵਿੱਚ ਹੋਈ। ਪੰਜਾਬ ਦਾ ਤਾਂ ਇਤਿਹਾਸ ਹੀ ਸੰਘਰਸ਼ਾਂ ਦਾ ਹੈ। ਹਾਂਜੀ, ਸਦੀਆਂ ਤੋਂ ਇਹ ਲੋਕ ਤਾਂ ਸੰਘਰਸ਼ ਕਰਦੇ ਆ ਰਹੇ। ਮੈਂ ਤੁਹਾਨੂੰ ਛੋਟੇ ਜਿਹਾ ਫਰਕ ਇੱਕ ਸਮਝਾ ਦਿੰਦਾ। ਹਾਂਜੀ, ਵੀ ਕਿਸਾਨੀ ਦੇ ਲੋਕ ਕਿਸਾਨ ਸੰਘਰਸ਼ ਕਿਉਂ ਜ਼ਿਆਦਾ ਕਰ ਸਕਦੇ ਆ? ਦੁਕਾਨਦਾਰ ਨੂੰ ਆਪਣੀ ਦੁਕਾਨ ਬੰਦ ਕਰਕੇ ਆਉਣਾ ਪੈਂਦਾ, ਤੇ ਜਿਹੜਾ ਬਿਜ਼ਨਸਮੈਨ ਹੈ ਉਹ ਆਪਣਾ ਘਾਟਾ ਨਹੀਂ ਸਹਿ ਸਕਦਾ ਹੁੰਦਾ ਦੁਕਾਨ ਬੰਦ ਕਰਨ ਦਾ। ਹਾਂਜੀ, ਤੇ ਉਹ ਜਿਹੜੀ ਕਲਾਸ ਹੈ ਨਾ ਉਹ ਸੰਘਰਸ਼ ਬਈ ਇਸ ਕਰਕੇ ਹੁੰਦੀ ਹੀ ਨਹੀਂ। ਕਿਸਾਨ ਤਾਂ ਜ਼ਮੀਨ ਨਾਲ ਬੱਝਿਆ ਇਨਸਾਨ ਹੈ, ਤੇ ਉਹਨੇ ਨਿੱਤ ਕੁਦਰਤ ਨਾਲ ਯੁੱਧ ਕਰਨਾ ਹੁੰਦਾ। ਤੋ ਇਸ ਕਰਕੇ ਉਹਦੀ ਜਿਹੜੀ ਨੇਚਰ ਹੈ ਖਾਸਾ ਹੈ, ਉਹ ਸੰਘਰਸ਼ੀਲ ਹੈ। ਤੇ ਮੋਦੀ ਜੀ ਨੂੰ ਮੇਰੇ ਖਿਆਲ ਦੇ ਵਿੱਚ ਜਾਂ ਬੀਜੇਪੀ ਨੂੰ, ਕਿਉਂਕਿ ਇਹਨਾਂ ਦੀ ਜਿਹੜੀ ਬੈਕਗਰਾਉਂਡ ਹੈ ਲਗਾਤਾਰ ਹੀ ਅਰਬਨ ਰਹੀ ਹੈ, ਇਹਨਾਂ ਨੂੰ ਇਸ ਖਾਸੇ ਦੀ ਸਮਝ ਨਹੀਂ ਸੀ ਆਈ ਕਿ ਇਹ ਸੰਘਰਸ਼ ਐਡਾ ਲੰਬਾ ਔਰ ਸ਼ਾਂਤਮਈ। ਵੱਡੀ ਗੱਲ ਇਹ ਹੈ, ਇਸ ਸੰਘਰਸ਼ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਹ ਇਹੀ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਜੁੜ ਗਿਆ। ਪੀਸਫੁਲ ਕਿਸਾਨੀ ਸੰਘਰਸ਼ ਦਾ ਐਡੇ ਲੰਬੇ ਸਮੇਂ ਤੱਕ ਸੰਘਰਸ਼ ਚੱਲਣਾ ਤੇ ਉਹਦਾ ਕਾਮਯਾਬ ਹੋਣਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਕਮਾਲ ਦੀ ਡਿਵੈਲਪਮੈਂਟ ਹੋਈ ਹੈ ਸਾਰੀ ਗੱਲ ਦੇ ਵਿੱਚ। ਸਾਰੀ ਦੁਨੀਆ ਦਾ ਨਜ਼ਰਾ ਇਸ ਸੰਘਰਸ਼ ਦੇ ਵਿੱਚ ਸੀ। ਜਗਤਾਰ ਜੀ, ਇਹਨਾਂ ਨੂੰ ਇੰਨਾ ਸਮਾਂ ਕਿਉਂ ਲੱਗ ਗਿਆ? ਕੀ ਦੇਖ ਰਹੇ ਸੀਗੇ ਇਹ ਕੇਂਦਰ ਸਰਕਾਰ ਕੀ ਦੇਖ ਰਹੀ ਸੀ? ਇਹਨਾਂ ਕੀ ਉਹਨਾਂ ਦੀ ਪਰਖ ਕਰ ਰਹੀ ਸੀ, ਦ੍ਰਿੜਤਾ ਦੇਖ ਰਹੀ ਸੀ, ਕੀ ਦੇਖ ਰਹੀ ਸੀ? ਕਿਉਂ ਲੱਗਾ ਸਮਾਂ ਇਹਨਾਂ? ਇਹ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਸ ਸੰਘਰਸ਼ ਨੂੰ ਵਿੱਚੋਂ ਤੋੜਿਆ ਜਾਵੇ। ਕਈ ਸ਼ਰਾਰਤਾਂ ਵੀ ਹੋਈਆਂ। ਹਾਂਜੀ, ਮਸਲਨ 26 ਜਨਵਰੀ ਜੋ ਕੁਛ ਹੋਇਆ ਉਹ ਡਿਜ਼ਾਈਨ ਦਾ ਪਾਰਟ ਸੀ। ਜੇ ਆਪਾਂ ਦੇਖੀਏ ਲਗਾਤਾਰ ਇੱਕ ਸੈਕਸ਼ਨ ਇਹਨਾਂ ਦੇ ਸੰਘਰਸ਼ ਤੇ ਪੰਜਾਬ ਵਿੱਚੋਂ ਹੀ ਅਟੈਕ ਕਰ ਰਿਹਾ ਸੀ, ਜਿਨ੍ਹਾਂ ਨੇ ਆਪ ਤਾਂ ਸੰਘਰਸ਼ ਕੀਤਾ ਨਹੀਂ ਕਰਿਆ ਹੋ ਜਾ। ਹਾਂਜੀ ਹਾਂਜੀ,
ਸੋ ਟਾਰਗੇਟ ਇਹਨਾਂ ਨੂੰ ਕਰ ਰਹੇ ਸੀਗੇ। ਸੋ ਮੇਰੇ ਖਿਆਲ ਦੇ ਵਿੱਚ ਉਹ ਉਸ ਡਿਜ਼ਾਈਨ ਦਾ ਪਾਰਟ ਸੀ ਕਿ ਇਸ ਸੰਘਰਸ਼ ਨੂੰ ਤੇ ਅਟੈਕ ਕਰਕੇ ਇਹਨੂੰ ਕਮਜ਼ੋਰ ਕਰਕੇ ਖਤਮ ਕੀਤਾ ਜਾਵੇ। ਉਹ ਪੋਸੀਬਲ ਨਹੀਂ ਹੋਇਆ। ਤੇ ਨੰਬਰ 2, ਹਾਂਜੀ ਇਹ ਕਿਹਾ ਜਾਂਦਾ ਹੈ ਕਿ ਮੋਦੀ ਜੀ ਆਇਰਨ ਮੈਨ ਹੈ ਤੇ ਉਹਨਾਂ ਨੇ ਕਦੇ ਆਪਣਾ ਫੈਸਲਾ ਵਾਪਸ ਨਹੀਂ ਲਿਆ। ਹਾਂਜੀ ਦੇਰੀ ਦਾ ਕਾਰਨ ਇੱਕ ਇਹ ਵੀ ਹੈ, ਇੱਕ ਆਰਗੂਮੈਂਟ ਲਗਾਤਾਰ ਆ ਰਹੀ ਸੀ ਇੱਕ ਸੈਕਸ਼ਨ ਵੱਲੋਂ ਕਿ ਜੇ ਇਹ ਕਾਨੂੰਨ ਵਾਪਸ ਹੋ ਗਏ, ਮੋਦੀ ਜੀ ਝੁਕ ਗਏ, ਤੇ ਕੱਲ ਨੂੰ ਇਹ ਵੀ ਗੱਲ ਉੱਠ ਸਕਦੀ ਹੈ ਕਿ CAA ਵਰਗੇ ਕਾਨੂੰਨ ਹਾਂਜੀ ਵਾਪਸ ਲਏ ਜਾਣ। ਸੋ ਇੱਕ ਨਵਾਂ ਨੈਰੇਟਿਵ ਸ਼ੁਰੂ ਹੋ ਜਾਏਗਾ। ਸੋ ਮੇਰੇ ਖਿਆਲ ਦੇ ਵਿੱਚ ਦੂਸਰਾ ਕਾਰਨ ਇਹਦੇ ਡਿਲੇ ਕਰਨ ਦਾ ਇਹ ਸੀ। ਜਿਹੜਾ ਮੋਦੀ ਜੀ ਦਾ ਇਮੇਜ ਸੀ ਸਟਰੋਂਗਮੈਨ ਦਾ, ਮੇਰੇ ਖਿਆਲ ਦੇ ਵਿੱਚ ਜਿਹੜੀ ਗਲਤੀ ਮੰਨਣੀ ਹੁੰਦੀ ਹੈ ਨਾ, ਹਾਂਜੀ ਇਹ ਵੀ ਬੰਦੇ ਦੀ ਤਾਕਤ ਦੀ ਹੀ ਨਿਸ਼ਾਨੀ ਹੁੰਦੀ ਹੈ, ਕਮਜ਼ੋਰੀ ਦੀ ਨਹੀਂ ਹੁੰਦੀ। ਹਾਂਜੀ ਜਿਹੜਾ ਤਕੜਾ ਬੰਦਾ ਹੁੰਦਾ ਹੈ ਉਹੀ ਆਪਣੀ ਗਲਤੀ ਮੰਨ ਸਕਦਾ ਹੁੰਦਾ ਹੈ। ਸੋ ਮੋਦੀ ਜੀ ਨੇ ਮੇਰੇ ਖਿਆਲ ਦੇ ਵਿੱਚ ਆਪਣੇ ਸਟਰੈਂਥ ਕਰਕੇ ਹੀ ਆਪਣੀ ਗਲਤੀ ਮੰਨੀ, ਔਰ ਵਧੀਆ ਗੱਲ ਹੈ ਵੀ ਗਲਤੀ ਮੰਨ ਲਈ। ਸੋ ਇਸ ਕਾਨੂੰਨਾਂ ਦੀ ਵਾਪਸੀ ਨਾਲ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰੋ ਫਾਰਮਰ ਖੇਤੀ ਦਾ ਮਾਡਲ, ਡਿਵੈਲਪਮੈਂਟ ਦਾ ਮਾਡਲ ਹਿੰਦੁਸਤਾਨ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਜਗਤਾਰ ਜੀ, ਇੱਕ ਹੋਰ ਬੜਾ ਸਵਾਲ ਹੈਗਾ ਕਿ ਇਹਦੇ ਤੇ ਤਾਂ ਮੰਨ ਲਈ ਉਹਨਾਂ ਨੇ ਜਿਹੜੀ ਮਹਿੰਗਾਈ ਹੈ, ਖਾਸ ਕਰਕੇ ਪੈਟਰੋਲ ਡੀਜ਼ਲ, ਇਹਨਾਂ ਨੇ 5 ਰੁਪਏ 10 ਰੁਪਏ ਤਾਂ ਘਟਾਤੀ ਹੈ। ਕੌਮਾਂਤਰੀ ਮੰਡੀ ਦੇ ਵਿੱਚ ਤੇਲ ਇੰਨਾ ਮਹਿੰਗਾ ਨਹੀਂਗਾ, ਕੱਚਾ ਤੇਲ ਸਸਤਾ, ਉਹਦੇ ਤੇ ਵੀ ਸਰਕਾਰ ਕਦੇ ਕੋਈ ਗੌਰ ਕਰੇਗੀ ਵੀ ਹੋਰ ਘਟਾਵੇ ਉਹਨਾਂ ਨੂੰ? ਮੇਰਾ ਖਿਆਲ ਦੇ ਵਿੱਚ ਜਦੋਂ ਇੱਕ ਵਾਰੀ ਪ੍ਰੋਸੈਸ ਸ਼ੁਰੂ ਹੋ ਜਾਏ ਕੋਈ, ਤੇ ਫਿਰ ਉਹ ਅੱਗੇ ਚੱਲਦਾ ਹੁੰਦਾ। ਜਿਹੜਾ ਇਹਨਾਂ ਨੇ ਇਮੀਡੀਏਟਲੀ ਸਬਕ ਸਿੱਖਿਆ, ਹਾਂਜੀ, ਜਿਹੜੀਆਂ ਪਿੱਛੇ ਬਾਈ ਇਲੈਕਸ਼ਨ ਹੋਈਆਂ, ਹਿਮਾਚਲ ਦੇਖੋ ਬੀਜੇਪੀ ਦੀ ਸਟਰੋਂਗ ਬੇਸ ਸੀ, ਉੱਥੇ ਇਹਨਾਂ ਦੀ ਸਫਾਈ ਹੋ ਗਈ। ਬੀਜੇਪੀ ਦੇ ਮੁਕਾਬਲੇ ਕਾਂਗਰਸ ਜਿਸ ਤਰੀਕੇ ਨਾਲ ਉਭਰ ਰਹੀ ਹੈ, ਤੇ ਉਦੋਂ ਲੱਗਿਆ ਹੈ ਹਾਂਜੀ ਕਿ ਇਹਨਾਂ ਨੇ ਸਬਕ ਸਿੱਖਣਾ ਸ਼ੁਰੂ ਕਰਤਾ। ਜਿਹੜੀ ਤੁਸੀਂ ਮਹਿੰਗਾਈ ਦੀ ਗੱਲ ਕੀਤੀ, ਉਹ ਵੀ ਉਹਦੇ ਵਿੱਚ ਹੀ ਆਉਂਦੀ ਹੈ। ਠੀਕ, ਕਿਸਾਨੀ ਸੰਘਰਸ਼ ਤੇ ਮਹਿੰਗਾਈ, ਹਾਂਜੀ ਇਹਨਾਂ ਨੇ ਬੀਜੇਪੀ ਦੇ ਖਿਲਾਫ ਇੱਕ ਕੈਂਪੇਨ ਹੌਲੀ ਹੌਲੀ ਬਿਲਡ ਕਰਨੀ ਸ਼ੁਰੂ ਕਰਤੀ। ਪਹਿਲਾਂ ਤਾਂ ਲੋਕ ਡਰਦੇ ਸੀ, ਹੁਣ ਉਹ ਜਿਹੜਾ ਕਿਸਾਨੀ ਸੰਘਰਸ਼ ਹੈ ਨਾ, ਹਾਂਜੀ, ਇਹਨੇ ਲੋਕਾਂ ਦਾ ਡਰ ਕੱਢਤਾ ਕਿ ਮੋਦੀ ਸਰਕਾਰ ਨੂੰ ਅਪੋਜ਼ ਕੀਤਾ ਜਾ ਸਕਦਾ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਸੰਘਰਸ਼ ਦੀ ਹੈ। ਤੇ ਇਹ ਜਿਹੜੀ ਹੁਣ ਮਹਿੰਗਾਈ ਦੀ ਤੁਸੀਂ ਗੱਲ ਕਰਦੇ ਹੋ, ਹੁਣ ਅਗਲਾ ਜਿਹੜਾ ਸੰਘਰਸ਼ ਹੈ, ਹਾਂਜੀ, ਲੋਕ ਇਹਦੇ ਖਿਲਾਫ ਵਿੱਢ ਸਕਦੇ ਹੈ। ਤੇ ਜੇ ਇਸ ਸਰਕਾਰ ਨੇ ਅਗਲੀ ਇਲੈਕਸ਼ਨ ਯੂਪੀ ਦੀ, ਤੇ ਉਹਦੇ ਵਿੱਚ ਇਹ ਸਾਰਾ ਕੁਝ ਇਹਨਾਂ ਨੂੰ ਕਰਨਾ ਪਏਗਾ। ਮੇਰੇ ਖਿਆਲ 'ਚ ਹੋ ਸਕਦਾ ਹੈ ਕਿ ਕਿਸਾਨੀ ਸੰਘਰਸ਼, ਕਿਸਾਨੀ ਬਿੱਲ ਵਾਪਸ ਲੈਣਾ, ਉਸ ਪ੍ਰੋਸੈਸ ਦੀ ਸ਼ੁਰੂਆਤ ਹੋਵੇ, ਹਾਂਜੀ, ਤਾਂ ਕਿ ਜਿਹੜੀ ਅਗਲੀ ਇਲੈਕਸ਼ਨ ਆਉਣ ਵਾਲੀ 22 ਦੀ, ਜਿੱਥੇ ਯੂਪੀ ਵਿੱਚ ਹੋਣੀ ਹੈ, ਸਭ ਤੋਂ ਕ੍ਰੂਸ਼ਲ ਸਟੇਟ ਹੈ ਇਹਨਾਂ ਵਾਸਤੇ, ਉਹਦਾ ਰਾਹ ਪੱਧਰ ਕੀਤਾ ਜਾ ਸਕੇ। ਜਗਤਾਰ ਜੀ, ਇੱਕ ਗੱਲ ਜਿਹੜੀ ਹੈ ਉਹ ਇਹ ਹੈਗਾ ਵੀ ਅਗਲੀ ਜਿਹੜੀ ਸਿਆਸਤ ਹੈ, ਉਹ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਸਿਆਸਤ ਕੀ ਹੋਏਗੀ? ਕੀ ਉਹ ਲਖੀਮਪੁਰ ਖੀਰੀ ਜਿਹੜਾ ਕਾਂਡ ਹੋਇਆ, ਉਹਦੇ ਵਿੱਚ ਉਹਨਾਂ ਮੰਗ ਕੀਤੀ ਸੀ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਅਜੇ ਮਿਸ਼ਰਾ, ਉਹਨੂੰ ਹਟਾਇਆ ਜਾਵੇ। ਅਜੇ ਤੱਕ ਕੇਂਦਰ ਸਰਕਾਰ ਨੇ ਉਹਨੂੰ ਹਟਾਇਆ ਨਹੀਂ। ਕੀ ਇਸ ਜਿਹੜਾ ਜਦੋਂ ਕਿਤੇ ਗੱਲਬਾਤ ਹੋਏਗੀ ਕੇਂਦਰ ਸਰਕਾਰ ਨਾਲ, ਇਹ ਮਾਮਲਾ ਬਣੇਗਾ ਇਸ਼ੂ ਕਿਤੇ? ਦੇਖੋ, ਕੋਈ ਵੀ ਸੰਘਰਸ਼ ਹੋਵੇ, ਉਹਦਾ ਇਸ਼ੂ ਮੇਨ ਹੁੰਦਾ ਹੈ ਕਿ ਜਿਹੜੇ ਮੁੱਖ ਮੰਗਾਂ ਹੈ ਉਹ ਮੰਗੀਆਂ ਕਿ ਨਹੀਂ। ਜੋ ਲਖੀਮਪੁਰ ਖੇੜੀ ਨੈਰੇਟਿਵ ਹੈ, ਉਹ ਇਹਦੀ ਬਾਈ ਪ੍ਰੋਡਕਟ ਹੈ ਸੰਘਰਸ਼ ਦੀ। ਜੇ ਸੰਘਰਸ਼ ਦੀਆਂ ਮੰਗਾਂ ਮੰਨੀਆਂ ਗਈਆਂ, ਬਾਕੀ ਗੱਲਾਂ ਛੋਟੀਆਂ ਹੁੰਦੀਆਂ। ਉਹ ਜੇ ਸਰਕਾਰ ਨਾ ਵੀ ਮੰਨੇ ਤਾਂ ਮੇਰੇ ਖਿਆਲ 'ਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਇਸ਼ੂ ਹੁੰਦਾ ਕਿ ਤੁਹਾਡੀਆਂ ਮੇਨ ਮੰਗਾਂ ਮੰਨੀਆਂ ਗਈਆਂ ਕਿ ਨਹੀਂ, ਉਹ ਮੰਗਾਂ ਮੰਨੀਆਂ ਗਈਆਂ। ਇਸ ਕੰਟੈਕਸਟ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇੱਕ ਮਿਨਿਸਟਰ ਦਾ ਡਰਾਪ ਕਰਨਾ ਜਾਂ ਨਾ ਕਰਨਾ ਉਹ ਉਹਨਾਂ ਇੰਪੋਰਟੈਂਟ ਨਹੀਂ ਹੁੰਦਾ ਜਦੋਂ ਮੁੱਖ ਮੰਗਾਂ ਮੰਨੀਆਂ ਜਾਣ। ਕੋਈ ਵੀ ਸੰਘਰਸ਼ ਹੈ ਉਹਦੇ ਵਿੱਚ ਇਸ਼ੂ ਮੇਨ ਮੁੱਖ ਮੰਗਾਂ ਦਾ ਹੁੰਦਾ ਤੇ ਉਹ ਮੰਗਾਂ ਹੁਣ ਮੰਨੀਆਂ ਗਈਆਂ, ਬਾਕੀ ਪੈਰੀਫੇਰਲ ਹੁੰਦਾ। ਇਹ ਹੁੰਦਾ ਕਿ ਜਦੋਂ ਬਈ ਨਾਰਮਲ ਜਦੋਂ ਕੋਈ ਟ੍ਰੇਡ ਯੂਨੀਅਨ ਐਜੀਟੇਸ਼ਨ ਅੱਗੇ ਚੱਲਦੀ ਸੀ, ਇੰਨੇ ਕੇਸ ਬਣ ਗਏ ਜੀ, ਉਹ ਵਾਪਸ ਲਓ ਜੀ, ਉਹ ਬਾਅਦ ਚੱਲਦਾ ਰਹਿੰਦਾ। ਇਹ ਵੀ ਬਾਅਦ ਦੇ ਵਿੱਚ ਇਸ਼ੂ ਡਿਸਕਸ ਹੁੰਦੇ ਰਹਿਣਗੇ। ਜਗਤਾਰ ਜੀ, ਜਿਹੜਾ
ਇਸ ਅੰਦੋਲਨ ਦਾ ਮਤਲਬ ਕਿਸਾਨਾਂ ਦੇ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹ ਇਸ ਅੰਦੋਲਨ 'ਚ ਪੰਜਾਬ ਦੀਆਂ ਸੀਗਾ, ਕਿਸਾਨਾਂ ਦੇ ਉੱਪਰ ਆਗੂਆਂ ਦੇ ਉੱਪਰ ਇਸ ਦਬਾਅ ਪੈਂਦਾ ਸੀਗਾ ਵੀ ਉਹ ਜਿਹੜੀਆਂ ਅੱਗੇ ਚੋਣਾਂ ਆਉਣੀਆਂ ਉਹਦੇ 'ਚ ਹਿੱਸਾ ਲੈਣ। ਤੇ ਕਿਸਾਨ ਲਗਾਤਾਰ ਇਹ ਕਹਿੰਦੇ ਆ ਰਹੇ ਸੀਗੇ ਕਿ ਜਿੰਨਾ ਚਿਰ ਇਸ ਅੰਦੋਲਨ ਦਾ ਫੈਸਲਾ ਨਹੀਂ ਹੁੰਦਾ, ਜਿੰਨਾ ਚਿਰ ਅਸੀਂ ਜਿੱਤਦੇ ਨਹੀਂ, ਉਹਨਾਂ ਚਿਰ ਅਸੀਂ ਇਹ ਜਿਹੜਾ ਕੋਈ ਇਸ ਬਾਰੇ ਨਹੀਂ ਸੋਚਾਂਗੇ। ਹੁਣ ਜਿਹੜੇ ਕਿਸਾਨ ਆਗੂ ਆ, ਤੁਹਾਨੂੰ ਕੀ ਲੱਗਦਾ ਕਿ ਚੋਣਾਂ ਬਾਰੇ, ਪੰਜਾਬ ਦੀਆਂ ਚੋਣਾਂ ਬਾਰੇ ਉਹ ਕੀ ਸੋਚਣਗੇ? ਕੋਈ ਫੈਸਲਾ ਕਰਨਗੇ? ਕੋਈ ਇਹਦੇ ਬਾਰੇ ਤਾਂ ਦੇਖੋ ਜੀ ਉਹੀ ਦੱਸ ਸਕਦੇ ਆ, ਇਹਦੇ ਬਾਰੇ ਤਾਂ ਮੈਂ ਤਾਂ ਕੁਝ ਨਹੀਂ ਦੱਸ ਸਕਦਾ, ਲੇਕਿਨ ਇਹ ਗੱਲ ਜ਼ਰੂਰ ਮੈਂ ਨਹੀਂ, ਤੁਹਾਡੀ ਆਬਜ਼ਰਵੇਸ਼ਨ ਕੀ ਹੈ? ਕਿ ਜਿਹੜਾ ਸੰਘਰਸ਼ ਦਾ ਨੈਰੇਟਿਵ ਹੈ ਉਹ ਵੱਖਰਾ ਹੁੰਦਾ ਹੈ ਤੇ ਇਲੈਕਸ਼ਨ ਲੜਨ ਦਾ ਨੈਰੇਟਿਵ ਵੱਖਰਾ ਹੁੰਦਾ ਹੈ। ਹਾਂਜੀ, ਇਲੈਕਸ਼ਨ ਓਵਰਨਾਈਟ ਪਾਰਟੀ ਬਣਾ ਕੇ ਨਹੀਂ ਲੜੀ ਜਾ ਸਕਦੀ, ਉਹਦੇ ਵਾਸਤੇ ਤੁਹਾਨੂੰ ਪੂਰਾ ਤਾਣਾ ਬਾਣਾ ਤਿਆਰ ਕਰਨਾ ਪੈਂਦਾ ਹੈ। ਮੇਰੇ ਖਿਆਲ ਉਹ ਟਾਈਮ ਤਾਂ ਨਿਕਲ ਗਿਆ ਉਸ ਤਾਣੇ ਬਾਣੇ ਦਾ। ਜੇ ਜਿਹੜਾ ਸੰਘਰਸ਼ ਵਾਲਾ ਤਾਣਾ ਬਾਣਾ ਸੀ, ਜੇ ਉਹਨੂੰ ਕਨਵਰਟ ਕਰਨਾ ਹੋਵੇ ਇਲੈਕਟੋਰਲ ਮਸ਼ੀਨਰੀ ਦੇ ਵਿੱਚ, ਉਹ ਡਿਪੈਂਡ ਕਰੇਗਾ ਵੀ ਇਹ ਕਿੱਥੇ ਤੱਕ ਇਹ ਕਾਮਯਾਬ ਹੋ ਸਕਦੇ ਆ। ਦੂਜੀ ਗੱਲ ਇੱਕ ਹੋਰ ਵੀ ਹੈ, ਹਾਂਜੀ, ਇਹ 32 ਜਿਹੜੀਆਂ ਜਥੇਬੰਦੀਆਂ ਹੈ, ਇਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਹਾਂਜੀ, ਉਹ ਵੱਖਰੀ ਵੱਖਰੀ ਆ। ਇਹ ਇਕੱਠੇ ਸੀ ਸਿਰਫ ਖੇਤੀ ਬਿੱਲਾਂ ਤੇ, ਕਿ ਰਾਈਟ ਐਂਡ ਲੈਫਟ ਇਕੱਠੇ ਹੋ ਕੇ ਸੰਘਰਸ਼ ਦੇ ਨਾਲ, ਕਿਸਾਨੀ ਸੰਘਰਸ਼ ਵਾਲੇ ਇਹ ਇਲੈਕਸ਼ਨ ਲੜ ਸਕਦੇ ਆ? ਉਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਇੱਕ ਪਾਸੇ ਲੈਫਟ ਦੀ ਆਰਗੇਨਾਈਜੇਸ਼ਨ ਹੈ, ਉਗਰਾਹਾਂ ਗਰੁੱਪ ਵਾਲੇ, BKU ਉਗਰਾਹਾਂ ਵਾਲੇ, ਉਹ ਤਾਂ ਪਹਿਲੇ ਵੀ ਬੱਤੀਆਂ ਤੋਂ ਬਾਹਰ ਸੀ, ਨਾਲ ਸੰਘਰਸ਼ ਦੇ ਵਿੱਚ ਸੀ, ਲੇਕਿਨ ਉਹਨਾਂ ਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਚੱਲ ਰਹੀ ਹੈ। ਸੋ ਇਹ ਦੇਖਣਾ ਪਏਗਾ ਵੀ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋਣ ਦੀ ਕੈਪੈਸਿਟੀ ਇਹਨਾਂ ਦੀ ਹੈ ਜਾਂ ਨਹੀਂ ਹੈ। ਨੰਬਰ 2, ਹਾਂਜੀ, ਇਹ ਕਿਸ ਲੀਡਰ ਨੂੰ ਅੱਗੇ ਪ੍ਰੋਜੈਕਟ ਕਰ ਸਕਦੇ ਹੈ। ਤੇ ਮੇਰੇ ਖਿਆਲ ਦੇ ਵਿੱਚ ਐਕਸਪੈਰੀਮੈਂਟ ਕਰਨ ਦੇ ਵਿੱਚ ਤਾਂ ਕੋਈ ਨੁਕਸਾਨ ਬਹੁਤਾ ਨਹੀਂ ਹੋਣਾ, ਕਰ ਲੈਣਾ ਚਾਹੀਦਾ ਇਹਨਾਂ ਨੂੰ। ਠੀਕ। ਜਗਤਾਰ ਜੀ, ਇੱਕ ਹੋਰ ਗੱਲ ਹੈਗੀ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹ ਕਹਿੰਦੇ ਸੀ ਵੀ ਮੈਂ ਵਿੱਚ ਪੈ ਕੇ ਹੱਲ ਕਰਾਊਂਗਾ ਤਿੰਨੇ ਖੇਤੀ ਕਾਨੂੰਨਾਂ ਦਾ ਮਾਮਲਾ। ਮੈਨੂੰ ਲੱਗਦਾ ਨਹੀਂ ਉਹਨਾਂ ਦੀ ਇਸ ਵੇਲੇ ਕਿਸੇ ਇਸ ਪੱਧਰ ਤੇ ਕੋਈ ਇਨਵੋਲਵਮੈਂਟ ਰਹੀ ਹੋਵੇ, ਤੇ ਉਹ ਵੀ ਪੰਜਾਬ ਦੇ ਵਿੱਚ ਇੱਕ ਵੱਖਰੀ ਪਾਰਟੀ ਬਣਾਉਣ ਜਾ ਰਹੇ ਆ। ਉਹਨਾਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਉਹ CM ਸੀ, ਜਦੋਂ ਇਫੈਕਟਿਵਲੀ ਇੰਟਰਵੀਨ ਕਰ ਸਕਦੇ ਸੀ, ਹਾਂਜੀ, ਔਰ ਤਾਂ ਉਹਨਾਂ ਨੇ ਕੋਈ ਇਨੀਸ਼ੀਏਟਿਵ ਲਿਆ ਹੀ ਨਹੀਂ, ਔਰ ਤਾਂ ਉਹ ਘਰੋਂ ਬਾਹਰ ਨਹੀਂ ਨਿਕਲੇ। ਉਹ ਟਾਈਮ ਸੀ ਜਦੋਂ ਉਹ ਇਸ ਮਾਮਲੇ ਨੂੰ PM ਨਾਲ ਟੇਕ ਅਪ ਕਰਦੇ। ਉਹ ਤਾਂ ਜਦੋਂ ਸਰਕਾਰ ਚੋਂ ਬਾਹਰ ਹੋ ਗਏ, ਲੀਡਰਸ਼ਿਪ ਦੀ ਤਬਦੀਲੀ ਹੋ ਗਈ, ਫਿਰ ਲੱਗਿਆ ਵੀ BJP ਕੋਈ ਨਵਾਂ ਨੈਰੇਟਿਵ ਦੇ ਛੱਡਣਾ ਚਾਹਵੇ ਤੇ ਉਹਦੇ 'ਚ ਉਹ ਕੋਈ ਰੋਲ ਪਲੇ ਕਰਨ। ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਸੀ। ਸੋ ਜਿਸ ਲੀਡਰ ਨੇ ਸਰਕਾਰ ਚਲਾਉਣ ਦੀ ਦਿਲਚਸਪੀ ਨਾ ਲਈ ਹੋਵੇ 4.5 ਸਾਲ, ਉਹਦੀ ਅਗਲੀ ਇਲੈਕਸ਼ਨ ਲੜਨ ਦੇ ਵਿੱਚ ਦਿਲਚਸਪੀ ਕਿੰਨੀ ਕੁ ਹੋ ਸਕਦੀ ਹੈ? ਨਵੀਂ ਪਾਰਟੀ ਬਣਾਉਣ ਵਾਸਤੇ ਉਹ ਕਿੰਨੀ ਕੁ ਮਿਹਨਤ ਕਰ ਸਕਦੇ ਹੈ? ਦੂਜੀ ਗੱਲ, ਇਹਨਾਂ ਦਾ ਕੋਈ ਰੋਲ ਇਸ ਸੰਘਰਸ਼ ਨੂੰ ਕਾਮਯਾਬ ਕਰਾਉਣ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੋਈ ਹੈ ਮੋਦੀ ਜੀ ਨੇ ਕੀਤੀ, ਉਹਦੇ ਵਿੱਚ ਕੋਈ ਰੋਲ ਮੈਨੂੰ ਲੱਗਦਾ ਨਹੀਂ ਇਹਨਾਂ ਦਾ। ਹਾਂਜੀ, ਕਿਉਂਕਿ ਜਦੋਂ ਇਹਨਾਂ ਨੇ ਆਪਣੀ ਪਾਰਟੀ ਬਣਾਉਣ ਦੀ ਅਨਾਉਂਸਮੈਂਟ ਕੀਤੀ ਸੀ ਪਿੱਛੇ, ਹਾਂਜੀ, ਤੇ ਉਹਦੇ 'ਚ ਇਕੱਲੇ ਹੀ ਨਜ਼ਰ ਆਏ ਸੀ। ਇਹਨਾਂ ਨਾਲ ਇਹਨਾਂ ਦੀ ਪਾਰਟੀ ਦੇ ਜਿਹੜੇ ਸਭ ਤੋਂ ਨੇੜੇ ਦੇ ਬੰਦੇ ਹੈ, ਸਾਥੀ ਰਹੇ ਪਿਛਲੇ 40 ਸਾਲ ਤੋਂ, ਉਹ ਵੀ ਉਹਨਾਂ ਦੇ ਨਾਲ ਹੈ ਨਹੀਂ ਸੀ। ਸੋ ਇਹਨਾਂ ਨੇ ਉਸ ਦਿਨ ਪ੍ਰੈਸ ਕਾਨਫਰੰਸ ਤੇ ਅਨਾਉਂਸਮੈਂਟ ਕੀਤੀ ਸੀ ਕਿ ਮੈਂ ਅਮਿਤ ਸ਼ਾਹ ਜੀ ਨੂੰ ਮਿਲ ਜਾ ਰਿਹਾ ਤੇ ਆਹ ਇਸ਼ੂਜ਼ ਮੈਂ ਟੇਕ ਅਪ ਕਰਨੇ ਆ। ਹਾਂਜੀ, ਜਦੋਂ ਮੈਨੂੰ ਲੱਗਦਾ ਹੈ ਕਿ ਜਦੋਂ ਇਹਨਾਂ ਨਾਲ ਤਾਂ ਹੈ ਹੀ ਕੋਈ ਨਹੀਂ, ਸੋ ਉਹਨਾਂ ਨੇ ਮੀਟਿੰਗ ਹੀ ਕੈਂਸਲ ਕਰਤੀ। ਅੱਜ ਤੱਕ ਤਾਂ ਮੀਟਿੰਗ ਹੋਈ ਨਹੀਂ। ਹਾਂਜੀ, 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 ਸੋ ਕ੍ਰੈਡਿਟ ਇਹਨਾਂ ਨੂੰ ਨਹੀਂ ਜਾਂਦਾ ਉਸ ਗੱਲ ਦਾ। ਹਾਂ, ਕੱਲ ਨੂੰ BJP ਇਹਨਾਂ ਦੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੇ ਤਾਂ ਉਹ ਗੱਲ ਵੱਖਰੀ ਗੱਲ ਹੈਗੀ ਹੈ, ਲੇਕਿਨ ਜਦ ਤੱਕ ਪਾਰਟੀ ਹੋਂਦ ਦੇ ਵਿੱਚ ਨਹੀਂ ਆਉਂਦੀ ਇਹਨਾਂ ਦੀ, ਤੇ ਉਦੋਂ ਤੱਕ ਸਥਿਤੀ ਇਹ ਸਿਚੁਏਸ਼ਨ ਕਲੀਅਰ ਨਹੀਂ ਹੈ। ਸੋ ਕੈਪਟਨ ਸਾਹਿਬ ਦਾ ਜਿਹੜਾ ਇਫੈਕਟਿਵ ਰੋਲ ਹੈ, ਮੇਰੇ ਖਿਆਲ ਦੇ ਵਿੱਚ ਬਹੁਤਾ ਕੋਈ ਪੋਸੀਬਲ ਨਹੀਂ ਹੈ। ਇਹ ਵੀ ਕਿਹਾ ਜਾਂਦਾ ਕਿ BJP ਨੂੰ ਆਸਾਂ ਸੀ ਵੀ ਕੈਪਟਨ ਸਾਹਿਬ ਜਦੋਂ ਆਉਣਗੇ ਉਹ ਆਪਣੇ ਨਾਲ ਕਈ ਆਗੂ ਲੈ ਆਉਣਗੇ। ਮੇਰੇ ਖਿਆਲ ਉਹ ਆਗੂ ਲਿਆਉਣ ਵਾਲਾ ਕੰਮ ਵੀ ਮੇਰੇ ਖਿਆਲ ਠੰਡਾ ਪੈ ਗਿਆ, ਇਸ ਕਰਕੇ BJP ਨੇ ਵੀ ਠੰਡਾ ਰੁਖ ਹੀ ਅਪਣਾ ਲਿਆ ਲੱਗਦਾ। ਦੇਖੋ, ਪੰਜਾਬ BJP ਦੀ ਪ੍ਰਾਇੋਰਟੀ ਨਹੀਂ ਹੈ। ਜੇ ਕਿਸਾਨੀ ਸੰਘਰਸ਼ ਦੇ ਅੱਗੇ ਮੋਦੀ ਸਰਕਾਰ ਝੁਕੀ ਹੈ,
ਉਹਦਾ ਮੁੱਖ ਕਾਰਨ ਯੂਪੀ ਦੀ ਇਲੈਕਸ਼ਨ ਹੈ, ਪੰਜਾਬ ਨਹੀਂ। ਸੋ ਜਿਹੜੀ ਸਟੇਟ ਉਹਨਾਂ ਦੀ ਪ੍ਰਾਇੋਰਟੀ ਨਹੀਂ ਹੈ, ਇਹਨਾਂ ਦੀ ਪ੍ਰਾਇੋਰਟੀ ਪੰਜਾਬ ਹੋਰ ਕੰਟੈਕਸਟ ਦੇ ਵਿੱਚ ਹੈ। ਇਹ ਬਾਰਡਰ ਸਟੇਟ ਹੋਣ ਕਰਕੇ ਕਸ਼ਮੀਰ ਤੇ ਪੰਜਾਬ ਇਹਨਾਂ ਦੀ ਡਾਇਨਾਮਿਕਸ ਬਾਕੀ ਹਿੰਦੁਸਤਾਨ ਤੋਂ ਬਿਲਕੁਲ ਵੱਖਰੀ ਹੈ। ਕਸ਼ਮੀਰ ਤਾਂ ਆਲਰੇਡੀ ਡਿਸਟਰਬਡ ਹੈ, ਪੰਜਾਬ ਪਹਿਲਾਂ ਬਹੁਤ ਕੁਝ ਭੁਗਤ ਚੁੱਕਿਆ ਹੈ। ਸੋ ਇਹਨਾਂ ਦੀ ਹੈਂਡਲਿੰਗ ਇਸ ਸਟੇਟ ਦੀ ਹੋਰ ਢੰਗ ਨਾਲ ਹੁੰਦੀ ਹੈ। ਹਾਂਜੀ। ਸੋ ਬੀਜੇਪੀ ਦੇ ਜਾਂ ਇੰਡੀਅਨ ਸਟੇਟ ਦੇ ਜਿਹੜੇ ਇੰਟਰਸਟ ਪੰਜਾਬ ਦੇ ਵਿੱਚ ਹੈਗੇ ਆ, ਉਹ ਮਲਟੀ ਡਾਇਮੈਂਸ਼ਨ ਲੱਗੇ। ਸੋ ਉਸ ਕੰਟੈਕਸਟ ਦੇ ਵਿੱਚ ਕਿਤੇ ਉਹ ਅਮਰਿੰਦਰ ਸਿੰਘ ਹੋਰਾਂ ਨੂੰ ਯੂਜ਼ ਕਰਨਾ ਚਾਹੁੰਦੇ ਹੋਣ ਤੇ ਉਹਦੀ ਪੋਸੀਬਿਲਿਟੀ ਹੈਗੀ ਹੈ। ਲੇਕਿਨ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਨਾਲ ਮੁੜ ਕੇ ਕੋਈ ਅਲਾਇੰਸ ਕਰਨੀ, ਮੇਰੇ ਖਿਆਲ ਦੇ ਵਿੱਚ ਕੋਈ ਉਹ ਬਹੁਤਾ ਫਾਇਦਾ ਨਾ ਤਾਂ ਬੀਜੇਪੀ ਨੂੰ ਹੈ ਤੇ ਨਾ ਹੀ ਕੈਪਟਨ ਸਾਹਿਬ ਨੂੰ ਕੋਈ ਬਹੁਤਾ ਹੋਏਗਾ। ਇਹ ਠੀਕ ਹੈ ਕਿ ਕੁਝ ਸੀਟਾਂ ਤੇ ਇਹ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਹਰਾ ਸਕਦੇ। ਜਗਤਾਰ ਜੀ, ਮੈਂ ਕਿਸਾਨ ਅੰਦੋਲਨ ਵੱਲ ਫੇਰ ਵਾਪਸ ਆਉਣਾ। ਉਹ ਅੰਦੋਲਨ ਦੇ ਬਾਰੇ ਇੱਕ ਗੱਲ ਕਰਨੀ ਚਾਹੀਦੀ ਹੈ। ਉਹਦੇ ਵਿੱਚ ਜਦੋਂ ਰਾਜੇਵਾਲ ਹੋਣਾ, ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਤਾਂ ਗੱਲ ਕੀਤੀ ਹੈ, ਐਲਾਨ ਵੀ ਕਰ ਦਿੱਤਾ, ਪਰ ਅਸੀਂ ਤਿੰਨੇ ਖੇਤੀ ਕਾਨੂੰਨਾਂ ਦੇ ਨਾਲ ਜਿਹੜੇ ਦੂਜੇ ਸੂਬੇ ਆ ਉਹਨਾਂ ਲਈ ਘੱਟੋ ਘੱਟ ਜਿਣਸਾਂ ਦੇ ਭਾਅ ਦੀ ਮੰਗ ਕਰਦੇ ਆ। ਉਹਦੇ ਬਾਰੇ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ। ਤੁਸੀਂ ਇਸ ਗੱਲ ਬਾਰੇ ਕਿਵੇਂ ਸੋਚਦੇ ਹੋ ਵੀ ਜੇ ਕਿਤੇ ਗੱਲਬਾਤ ਹੋਏਗੀ ਤਾਂ ਹੁਣ ਮਿਨੀਮਮ ਜਿਹੜੀ ਸਪੋਰਟ ਪ੍ਰਾਈਸ ਆ ਦੂਜੇ ਸੂਬਿਆਂ ਲਈ, ਉਹਦੇ ਤੇ ਵੀ ਕੋਈ ਇਸ਼ੂ ਬਣ ਸਕਦਾ ਹੈ? ਨਹੀਂ, ਗੱਲ ਇਹ ਹੈ ਕਿ ਜਿਹੜਾ ਐਮਐਸਪੀ ਦਾ ਇਸ਼ੂ ਹੈ, ਇਹ ਓਵਰਨਾਈਟ ਅਨਾਉਂਸਮੈਂਟ ਕਰਨ ਵਾਲਾ ਤਾਂ ਹੈ ਨਹੀਂ, ਇਹ ਤਾਂ ਵਰਕਆਊਟ ਕਰਨਾ ਪੈਣਾ ਸਾਰਾ। ਅੱਛਾ ਜੀ। ਸੋ ਇਹਦੀ ਕਮੇਟੀ ਜੇ ਬਣ ਜਾਏ ਜਿਹਦੇ 'ਚ ਕਿਸਾਨ ਵੀ ਹੋਣ ਤੇ ਉਹ ਡਿਸਕਸ ਕਰਕੇ ਇਹਨੂੰ ਵਰਕਆਊਟ ਕਰਨ ਤੇ ਉਹ ਮੇਰੇ ਖਿਆਲ 'ਚ ਜ਼ਿਆਦਾ ਬੈਟਰ ਹੋਏਗਾ। ਦੂਜੀ ਗੱਲ, ਹਾਂਜੀ, ਜਿਹੜੀ ਸੰਘਰਸ਼ ਜਦੋਂ ਸ਼ੁਰੂ ਹੋਇਆ ਸੀ ਪੰਜਾਬ ਦੇ ਹਾਂਜੀ। ਵਿੱਚ, ਉਹ ਐਮਐਸਪੀ ਗਰੰਟੀ ਕਰਨ ਵਾਸਤੇ ਬਾਕੀ ਕ੍ਰਾਸ ਤੇ ਨਹੀਂ ਸੀ ਹੋਇਆ, ਉਹ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਵਾਸਤੇ ਹੋਇਆ ਸੀ। ਸੋ ਜਿਹੜੀ ਮੁੱਖ ਮੰਗ ਸੀ ਉਹ ਤਿੰਨ ਖੇਤੀ ਕਾਨੂੰਨਾਂ ਦੀ ਸੀਗੀ। ਹਾਂਜੀ। ਐਮਐਸਪੀ ਤਾਂ ਇੱਥੇ ਦੋ ਹੀ ਮੇਨ ਕ੍ਰਾਪਸ ਹੁੰਦੀਆਂ ਤੇ ਦੋਵਾਂ ਤੇ ਮਿਲਦੀ ਸੀਗੀ। ਸੋ ਪੰਜਾਬ ਤੇ ਹਰਿਆਣੇ 'ਚ ਸਮੱਸਿਆ ਐਮਐਸਪੀ ਦੀ ਨਹੀਂ ਸੀ। ਸੋ ਬਾਕੀ ਕਿਸਾਨੀ ਨੂੰ ਨਾਲ ਲੈਣ ਵਾਸਤੇ ਇਹ ਮੰਗ ਫਿਰ ਬਰਾਬਰ ਦੀ ਨਾਲ ਰੱਖੀ ਗਈ। ਉਹ ਹੁਣ ਉੱਤੇ ਵਰਕਆਊਟ ਕਰ ਲੈਣਗੇ ਤੇ ਉਹਨਾਂ ਨੇ ਇਸ਼ਾਰਾ ਤਾਂ ਕਰ ਦਿੱਤਾ ਵੀ ਅਸੀਂ ਇਸ ਮੰਗ ਨੂੰ ਵੀ ਕੰਸੀਡਰ ਕਰਾਂਗੇ। ਸੋ ਮੇਰੇ ਖਿਆਲ 'ਚ ਅੱਗੇ ਜਿਹੜੀ ਡਿਸਕਸ਼ਨ ਚੱਲੇਗੀ ਤੇ ਉਹਦੇ ਵਿੱਚ ਇਹ ਇਸ਼ੂ ਵੀ ਟੇਕ ਅਪ ਕੀਤਾ ਜਾ ਸਕਦਾ ਹੈ। ਠੀਕ। ਜਗਤਾਰ ਜੀ, ਤੁਸੀਂ ਅੱਜ ਜਿਹੜੀ ਇਤਿਹਾਸਕ ਪ੍ਰਾਪਤੀ ਕੀਤੀ ਕਿਸਾਨਾਂ ਨੇ, ਇਹਦੇ ਉੱਤੇ ਅੰਤਮ ਟਿੱਪਣੀ ਤੁਸੀਂ ਕਰੋ, ਫਿਰ ਅਸੀਂ ਇਹ ਸ਼ੋਅ ਤੋਂ ਤੁਹਾਡੇ ਤੋਂ ਅੱਗੇ ਗੱਲ ਕੋਈ ਤੋਰਾਂਗੇ। ਇਹਦੇ ਬਾਰੇ ਲਾਸਟ ਟਿੱਪਣੀ ਕਰੋ। ਨਹੀਂ, ਮੈਂ ਇਸ ਸੰਘਰਸ਼ ਜਿਹੜੀ ਪ੍ਰਾਪਤੀ ਹੈ ਹੋਰ ਲੈਵਲ ਤੇ ਬਹੁਤ ਵੱਡੀ ਮੰਨਦਾ ਹੈ। ਹਾਂਜੀ। ਜਿਹੜੀ ਹਿੰਦੁਸਤਾਨ ਵਿੱਚ ਬੀਜੇਪੀ ਵੱਖਵਾਦੀ ਸਿਆਸਤ ਜਿਹੜੀ ਸ਼ੁਰੂ ਕੀਤੀ ਸੀ, ਲੋਕਾਂ ਨੂੰ ਪਾੜੋ ਰਾਜ ਕਰੋ ਦੀ, ਉਹਦੇ ਖਿਲਾਫ ਇਹ ਸੰਘਰਸ਼ ਬਹੁਤ ਵੱਡੀ ਢਾਲ ਬਣ ਕੇ ਖੜਾ ਹੋ ਗਿਆ। ਬੀਜੇਪੀ ਦੀ ਤੇ ਆਰਐਸਐਸ ਦੀ ਜਿਹੜੀ ਹਿੰਦੂਤਵਾਦੀ ਸਿਆਸਤ ਹੈ, ਉਹਨੂੰ ਜੇ ਕੋਈ ਕਨਫਰੰਟ ਕਰ ਸਕਿਆ ਹੈ ਕਾਮਯਾਬੀ ਨਾਲ, ਉਹ ਇੱਕ ਕਿਸਾਨ ਸੰਘਰਸ਼ ਹੈ। ਸੋ ਇਸ ਸੰਘਰਸ਼ ਨੇ ਇੱਕ ਨਵਾਂ ਰਾਹ ਦਿਖਾਇਆ ਹੈ ਕਿ ਬੀਜੇਪੀ ਦੀ ਜਿਹੜੀ ਹਿੰਦੂਤਵਾਦੀ ਪਾਲਿਸੀ ਹੈ ਉਹਨੂੰ ਕਨਫਰੰਟ ਕਿਵੇਂ ਕੀਤਾ ਜਾਵੇ ਤੇ ਕਿਵੇਂ ਚੈਲੰਜ ਕੀਤਾ ਜਾਵੇ। ਮੇਰੇ ਖਿਆਲ 'ਚ ਸਭ ਤੋਂ ਵੱਡੀ ਪ੍ਰਾਪਤੀ ਸੰਘਰਸ਼ ਦੀ ਹੈ। ਦੂਜੀ ਪ੍ਰਾਪਤੀ ਨਾਲ ਸਿਸਟਮ ਨੂੰ ਅਕਾਊਂਟੇਬਲ ਬਣਾਉਣਾ। ਜਿਹੜੇ ਪੋਲੀਟੀਸ਼ੀਅਨ ਹੈ, ਐਮਐਲਏ, ਐਮਪੀਜ਼ ਹੈ, ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਹਿਸਾਬ ਕਿਤਾਬ ਦਿਓ। ਸੋ ਦੋ ਪ੍ਰਾਪਤੀਆਂ ਇਹਦੀਆਂ ਸੰਘਰਸ਼ ਦੀਆਂ ਨੈਸ਼ਨਲ ਲੈਵਲ ਤੇ ਬਹੁਤ ਵੱਡੀਆਂ। ਗੱਲ ਸਿਰਫ ਤਿੰਨ ਖੇਤੀ ਕਾਨੂੰਨਾਂ ਦੀ ਨਹੀਂ, ਇਹ ਪ੍ਰਾਪਤੀਆਂ ਬਰਾਬਰ ਦੀਆਂ। ਕੀ ਜਗਤਾਰ ਜੀ, ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਕੇਂਦਰ ਸਰਕਾਰ ਹੋਰ ਕੋਈ ਇਹ ਸਾਰਾ ਅੰਦੋਲਨ ਤੋਂ ਕੋਈ ਸਬਕ ਸਿੱਖੇਗੀ? ਇਹ ਤਾਂ ਹੁਣ ਡਿਪੈਂਡ ਕਰਦਾ ਜੀ ਬੀਜੇਪੀ ਤੇ ਕਿਸ ਢੰਗ ਨਾਲ ਜਿਹੜੀ ਆਪੋਜੀਸ਼ਨ ਹੈ ਉਹ ਇਸ ਰਾਹ ਤੇ ਚੱਲ ਕੇ ਜਿਹੜਾ ਰਾਹ ਕਿਸਾਨੀ ਨੇ ਦਿਖਾਇਆ ਹੈ ਉਹਨਾਂ ਦੀ ਇਸ ਪਾਲਿਸੀ ਨੂੰ ਕਨਫਰੰਟ ਕਰਦੇ ਹੈ। ਜੇ ਆਪੋਜੀਸ਼ਨ ਇਹਨੂੰ ਮੂਵਮੈਂਟ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ, ਹਾਂਜੀ ਹਾਂਜੀ, ਤੇ ਮੇਰੇ ਖਿਆਲ 'ਚ ਬੀਜੇਪੀ ਨੂੰ ਆਪਣੀ ਜਿਹੜੀ ਇਹ ਨੈਰੇਟਿਵ ਹੈ ਇਹ ਤੋਂ ਵੀ ਪਿੱਛੇ ਹਟਣਾ ਪਏਗਾ। ਮੈਂ ਵਾਪਸ ਲੈਣ ਦੀ ਗੱਲ ਨਹੀਂ ਕਰਦਾ, ਉਹਨਾਂ ਦੀ ਪਾਲਿਸੀ ਹੈ, ਲੇਕਿਨ ਪਿੱਛੇ ਜ਼ਰੂਰ ਹਟ ਸਕਦੇ ਹੈ। ਠੀਕ ਠੀਕ। ਸੋ ਜਗਤਾਰ ਜੀ,
ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਅਸੀਂ ਤੁਹਾਡੇ ਤੋਂ ਤੇ ਆਪਣੇ ਦਰਸ਼ਕਾਂ ਤੋਂ ਲੈਣੇ ਆਗਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।